हाँ जी। सो लेंस मेकर फॉर्मूला ਜਿਹੜਾ ਹੈਗਾ ਉਹ ਜਿਹੜੇ ਵੇਰੀਏਬਲ ਤੇ ਡਿਪੈਂਡੈਂਟ ਆਏਗਾ ਉਹ ਚ ਇੱਕ ਰਿਫਰੈਕਟਿਵ ਇੰਡੈਕਸ ਆ ਮੀਡੀਅਮ ਦਾ, ਯਾਨੀ ਜਿਹੜਾ ਗਲਾਸ ਯੂਜ਼ ਕੀਤਾ ਜਾਏਗਾ ਹੈ ਨਾ, ਇਹਦਾ ਨੇਚਰ ਆਫ ਮਟੀਰੀਅਲ ਕਿਹੜਾ। ਜਸਟ ਇੱਕ ਐਗਜ਼ਾਮਪਲ ਦੇ ਰਿਹਾ ਕਿ ਤੁਹਾਡੇ ਕੋਲ ਕ੍ਰਾਊਨ ਗਲਾਸ ਆ, ਇਹ ਤੁਹਾਡੇ ਕੋਲ ਫਲਿੰਟ ਗਲਾਸ ਆ, ਜਾਂ ਆਪਣੇ ਕੋਲ ਕਿਹੜਾ ਕਹਿੰਦਾ ਜੀ ਇੱਥੇ ਗਲਾਸ ਮਟੀਰੀਅਲ ਯੂਜ਼ ਕੀਤਾ ਗਿਆ, ਤੇ ਹਰ ਗਲਾਸ ਮਟੀਰੀਅਲ ਦਾ ਰਿਫਰੈਕਟਿਵ ਇੰਡੈਕਸ ਵੇਰੀ ਕਰੇਗਾ। ठीक है जी। सेकंड डिपेंडेंस आती है कर्वेचर के रेडियस दोनों के ऊपर, ठीक है जी। जेडे दो रेडियस में को कंसीडर होने r1 ते r2, इन्हां दी वैल्यू कितनी कितनी, ये सारे फैक्टर मिलके पावर डिफाइन कर दे। ये निकल क्लियर। ਹੁਣ ਅਸੀਂ ਕਹਿੰਦੇ ਜੀ ਤੁਹਾਡਾ ਕਿਸੇ ਦਾ ਮੰਨ ਲਓ ਨੰਬਰ ਜਿਹੜਾ ਵਾ ਅਸੀਂ ਕਹਿੰਦੇ 0.25 ਤੇ ਕਿਸੇ ਬਜ਼ੁਰਗ ਦਾ ਨੰਬਰ ਇਹ ਕਹਿੰਦੇ ਜੀ ਮੰਨ ਲਓ ਉਹਦਾ ਨੰਬਰ ਮੇਰੇ ਕੋਲ ਜਿਹੜਾ 7 ਜਾਂ 8 ਇਦਾਂ ਕੁਝ ਵੱਡਾ ਨੰਬਰ, ਤੇ ਤੁਸੀਂ ਲੈਂਸ ਦੇਖੋ ਉਹਦੇ ਜਿਹੜੇ ਲੈਂਸ ਯੂਜ਼ ਕੀਤੇ ਜਾਂਦੇ ਬੜੇ ਮੋਟੇ ਥਿਕ ਲੈਂਸਸ है ना, ਇਹਦਾ ਮਤਲਬ ਉਹ ਥਿਕ ਲੈਂਸ ਨੂੰ ਕਰਵੇਚਰ ਦਿੱਤੀ ਜਾ ਰਹੀ ਹੈ, ਤੇ ਉਹ ਥਿਕ ਲੈਂਸ ਦੀ ਕਰਵੇਚਰ ਤੇ ਥਿਨ ਲੈਂਸ ਦੀ ਕਰਵੇਚਰ ਇਹਨਾਂ ਨੂੰ ਰੇਡੀਅਸ ਚੇਂਜ ਕਰਾਓ, ਠੀਕ ਹੈ ਜੀ। ਇਹਦਾ ਮਤਲਬ ਰੇਡੀਅਸ ਦੇ ਉੱਤੇ ਡਿਪੈਂਡੈਂਸ ਹੋਏਗੀ ਤੁਹਾਡੀ ਐਨਕ ਦੇ ਨੰਬਰ ਦੀ। ਕਲੀਅਰ ਬੱਚੇ ਦੀ ਗੱਲ। ਇਸ ਲਈ ਜਿਹੜਾ ਲੈਂਸ ਮੇਕਰ ਫਾਰਮੂਲਾ ਉਹ ਮੈਨੂਫੈਕਚਰਿੰਗ ਪ੍ਰੋਸੈਸ ਦੇ ਅੰਦਰ ਯੂਜ਼ ਹੁੰਦਾ ਪਿਆ, ਤੇ ਆ ਸਿਰਫ ਔਰ ਸਿਰਫ ਆਬਜੈਕਟ ਇਮੇਜ ਨੂੰ ਲੋਕੇਟ ਕਰਨਾ ਕਿੱਥੇ ਹੈਗਾ ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ। ਪਹਿਲਾਂ ਇੰਨੀ ਗੱਲ ਕਲੀਅਰ, ਇਹਨਾਂ ਸਮਝ ਲੱਗ ਰਿਹਾ। ਹੁਣ ਇਹਦੇ ਬਿਹਾਫ ਦੇ ਉੱਤੇ ਆਪਣਾ ਟੌਪਿਕ ਚ ਆਣਾ ਕੀ ਹੈ ਬੇਟਾ, ਕੁਝ ਚੀਜ਼ਾਂ ਹੈਗੀਆਂ ਸਮਝਣ ਵਾਲੀਆਂ, ਸਮਝੋ ਧਿਆਨ ਨਾਲ। ਜਿਹੜੀ ਤੁਸੀਂ ਜਿਹੜਾ ਆਪਾਂ ਟੌਪਿਕ ਕਰਨ ਲੱਗੇ, ਇੱਕ ਚੀਜ਼ ਪਹਿਲਾਂ ਦੱਸਣ ਲੱਗਿਆ, ਬੁੱਕ ਦੇ ਵਿੱਚ ਲੈਂਸ ਮੇਕਰ ਫਾਰਮੂਲਾ ਕਨਵੈਕਸ ਵਾਸਤੇ ਵੀ ਤੇ ਕਨਕੇਵ ਵਾਸਤੇ ਵੀ ਦੋ ਤਰ੍ਹਾਂ ਡਿਰਾਈਵ ਕੀਤਾ। ਇੱਕ ਉਹਦੇ ਅੰਦਰ ਤੁਹਾਨੂੰ ਫਿਗਰ ਇੰਨੀ ਕੰਪਲੈਕਸ ਨਹੀਂ ਮਿਲੇਗੀ, ਅੱਜ ਆਪਾਂ ਕੰਪਲੈਕਸ ਬਣਾਉਣੇ ਇਸ ਹਿਸਾਬ ਨਾਲ ਨਹੀਂ ਹੋਏਗੀ। ਉਹ ਜਿਹਨੇ ਸਿੰਪਲ ਇਨਸੀਡੈਂਟ ਰੇ ਤੇ ਫਾਈਨਲ ਰਿਫਰੈਕਟਡ ਰੇ ਦਿਖਾ ਕੇ ਇਮੇਜ ਬਣਾਈ, ठीक है जी। ਹੁਣ ਉਹ ਵਾਲਾ ਕੇਸ ਜਿਹੜਾ ਹੋਏਗਾ, ਜੇਕਰ ਤੁਹਾਨੂੰ ਇਹ ਮੰਨ ਲਓ ਕਿਉਂਕਿ ਸੈਕਿੰਡ ਆਪਣਾ ਪੇਪਰ ਜਿਹੜਾ ਆਣਾ ਵਾ ਟਰਮ 2 ਦਾ ਸਬਜੈਕਟਿਵ ਹੈਗਾ ਹਨਾ, ਜੇਕਰ 3 ਮਾਰਕਸ ਦਾ ਟੌਪਿਕ ਆ ਫਿਰ ਆਪਾਂ ਨੂੰ ਆਹ ਟੌਪਿਕ ਇਦਾਂ ਨਹੀਂ ਚਾਹੀਦਾ, ਫਿਰ ਇਹਦੀ ਸਿੰਪਲ ਡਾਇਗਰਾਮ ਵਾਲਾ ਪੋਰਸ਼ਨ ਹੋਏਗਾ ਬਾਅਦ ਚ ਦੱਸੂਗਾ, ਫਿਰ ਆਪਾਂ ਨੂੰ ਸਿਰਫ ਹੋਣਾ ਚਾਹੀਦਾ। ਜੇ ਮੈਨੂੰ ਪੂਰਾ ਲੌਂਗ 5 ਮਾਰਕਸ ਦਾ ਕੁਐਸਚਨ ਆ ਜਿਹੜਾ ਕਿ ਆਇਆ ਬੋਰਡ ਚ ਕਹੇਗਾ ਹਨਾ, ਫਿਰ ਤੁਹਾਨੂੰ ਕੰਪਲੀਟ ਫਿਗਰ ਚਾਹੀਦੀ ਸੀ, ਠੀਕ ਹੈ ਜੀ। ਡੈਰੀਵੇਸ਼ਨ ਦੇ ਵਿੱਚ ਵੀ ਉਹਨੇ ਕੀ ਕਰਨਾ, ਆਪਾਂ ਦੋ ਵਾਰੀ ਰਿਫਰੈਕਸ਼ਨ ਦੇ ਟੌਪਿਕ ਲੈਣੇ, ਜਿਹਨੇ ਆਪਾਂ ਇਹ ਚ ਦੋ ਟੌਪਿਕ ਕਰਨੇ ਆ। ਪਹਿਲੋਂ ਲਾਈਟ ਦੀ ਰਿਫਰੈਕਸ਼ਨ ਹੋਏਗੀ ਰੇਅਰ ਟੂ ਡੈਂਸਰ, ਫਿਰ ਲਾਈਟ ਦੀ ਰਿਫਰੈਕਸ਼ਨ ਹੋਏਗੀ ਡੈਂਸਰ ਟੂ ਰੇਅਰ, ਠੀਕ ਹੈ ਜੀ। ਜਿਹੜਾ ਛੋਟਾ ਟੌਪਿਕ ਆ ਉਹ ਚੋਂ ਦੋਨਾਂ ਵਿੱਚੋਂ ਕਿਸੇ ਦੀ ਵੀ ਡੈਰੀਵੇਸ਼ਨ ਨਹੀਂ ਕੀਤੀ, ਉਹਨੇ ਸਿੱਧਾ ਲਿਖ ਦਿੱਤਾ ਕਿ when the light goes from rarer to denser ਆ ਰਿਲੇਸ਼ਨ ਆ, ਦੂਜੇ ਨੇ ਕਹਿੰਦਾ when light goes from denser to rarer ਤੇ ਸੈਕੰਡ ਰਿਲੇਸ਼ਨ। ਉਹ ਦੋ ਇਕੁਏਸ਼ਨਾਂ ਸਿੱਧੀਆਂ ਦੇਤੀ, ਆਪਾਂ ਉਹ ਇਕੁਏਸ਼ਨ ਦੁਬਾਰਾ ਤੋਂ ਡਰਾਈਵ ਕਰਨੀ ਹੈ, ਜਿਵੇਂ ਕੋਲ 5 ਮਾਰਕਸ ਅੰਦਰ ਕੁਐਸਚਨ ਆ। ਇਹ ਗੱਲ ਕਲੀਅਰ ਕਰੋ, ਚਲ ਹੁਣ ਸਮਝਿਓ। ਹੁਣ ਇਹਦੇ ਅੰਦਰ ਆਪਾਂ ਸ਼ੋਅ ਕੀ ਕਰਨ ਲੱਗੇ ਪੁੱਤਰ, ਇਹਦੇ ਅੰਦਰ ਆਪਾਂ ਇਹ ਸ਼ੋਅ ਕਰ ਰਹੇ ਕਿ ਇੱਕ x p1 ਬਾਈ ਆ ਮੇਰੀ ਰਿਫਰੈਕਟਿੰਗ ਸਰਫੇਸ ਆ, ਇੱਕ x p2 ਬਾਈ ਮੇਰੀ ਸੈਕੰਡ ਰਿਫਰੈਕਟਿੰਗ ਸਰਫੇਸ। ਹੁਣ ਜਦੋਂ ਪਹਿਲੀ ਰਿਫਰੈਕਟਿੰਗ ਸਰਫੇਸ ਤੋਂ ਲਾਈਟ ਦੀ ਰਿਫਰੈਕਸ਼ਨ ਹੋਣੀ ਹੈ, ਠੀਕ ਹੈ ਜੀ, ਉਹਦੇ ਲਈ O ਪੁਆਇੰਟ ਤੇ ਮੇਰਾ ਆਬਜੈਕਟ ਆ, ਆਬਜੈਕਟ ਤੋਂ OA ਮੇਰੀ ਇਨਸੀਡੈਂਟ ਰੇ ਬਣੀ। इंसिडेंट रे जो इस पहली सरफेस पे इंसिडेंट करेगी ते ਇਹਨੇ इंसिडेंट रे ने ਜਿਹੜਾ एंगल बनाया एंगल ऑफ इंसिडेंस को मेरे को किच बनना, एक इंसिडेंट रे एक नॉर्मल। ਹੁਣ ਜਿਹੜੀ ਪਹਿਲੀ ਕਰਵੇਚਰ ਆ ਇਹਦਾ ਫੇਸ ਇਧਰ ਨੂੰ ਘੁੰਮਦਾ ਹੈ, ਇਸ ਲਈ ਇਹਦਾ ਸੈਂਟਰ ਆਫ ਕਰਵੇਚਰ ਇਧਰ ਡਰਾ ਕਰਕੇ ਸੈਂਟਰ ਆਫ ਕਰਵੇਚਰ ਦੇ ਇਸ ਪੁਆਇੰਟ ਨੂੰ ਜੁਆਇਨ ਕਰ ਦੋ। ਇਹ ਲਾਈਨ ਮੇਰੀ C1 AN1 ਇਹ ਪਰਪੈਂਡੀਕੂਲਰ ਆ ਜੂ, ठीक है जी। सो इस नॉर्मल दे नाल इंसिडेंट ने एंगल ऑफ इंसिडेंस शो अप कर लिया, क्लियर है ना। उस तो बाद लाइट चलनी जी रेयर तो डेंसर वा, जदों लाइट रेयर टू डेंसर की स्ट्रेट पाथ हुंदा ते आ होना सी, ठीक है जी। आ लाइन मेरी नॉर्मल दी रे है ते एदा मतलब मेरे को लाइट स्ट्रेट पाथ तो टुवर्ड्स द नॉर्मल बेंड करेगी, इना क्लियर है। कोई ऑनलाइन वाले हो इना क्लियर हो रहा? यस सर, यस सर। चल ਹੁਣ ਇਹ ਤੋਂ ਅੱਗੇ ਧਿਆਨ ਨਾਲ ਸਮਝਿਓ, ਸਾਰੀ ਚੀਜ਼ ਸੁਣਨ ਵਾਲੀ ਤੁਹਾਡੀ। ਹੁਣ ਜਦੋਂ ਲਾਈਟ AB ਦੇ ਅਲੋਂਗ ਮੇਰੇ ਕੋਲ ਜਾ ਕੇ B ਵਾਲੇ ਪੁਆਇੰਟ ਤੇ ਇਨਸੀਡੈਂਟ ਕਰਨੀ ਤੇ B ਵਾਲੇ ਪੁਆਇੰਟ ਲਈ AB ਮੇਰੀ ਇਨਸੀਡੈਂਟ ਰੇ ਹੈ, ਜਿਹੜੀ ਪਹਿਲੀ A ਤੋਂ AB ਵਾਲੀ ਰਿਫਰੈਕਟਡ ਰੇ ਸੀਗੀ, ਜਦੋਂ ਇਹ ਰਿਫਰੈਕਟਡ ਰੇ B ਦੇ ਉੱਤੇ ਜਾ ਕੇ ਦੁਬਾਰਾ ਸਟ੍ਰਾਈਕ ਕੀਤੀ ਉਦੋਂ AB ਮੇਰੀ ਇਨਸੀਡੈਂਟ ਰੇ ਬਣ ਗਈ ਤੇ ਇਥੋਂ ਫੇਰ ਰਿਫਰੈਕਸ਼ਨ ਹੋਣੀ। ਹੁਣ ਇੱਥੇ ਇੱਕ ਚੀਜ਼ ਸਮਝਿਓ ਬੇਟਾ, ਆਪਾਂ ਇਹ ਕਹਿੰਦੇ ਕਿ ਜੇ AB ਇਨਸੀਡੈਂਟ ਰੇ ਆ, ਇਧਰੋਂ OA ਇਨਸੀਡੈਂਟ ਰੇ ਆ, ਤੇ ਇਨਸੀਡੈਂਟ ਰੇ ਹਮੇਸ਼ਾ ਆਬਜੈਕਟ ਤੋਂ ਨਿਕਲਦੀ ਹੈ। ਇਨਸੀਡੈਂਟ ਰੇ ਹਮੇਸ਼ਾ ਆਬਜੈਕਟ ਤੋਂ ਆਏਗੀ,
ਤੇ ਜਿਹੜੀ ਆ ਆਬਜੈਕਟ ਤੋਂ ਆਉਂਦੀ ਰੇ ਮੈਨੂੰ ਦਿਖਦੀ ਪਈ OA, ਇਹਦੇ ਲਈ ਤਾਂ ਆਬਜੈਕਟ ਇਹ ਹੈਗਾ। AB ਵਾਸਤੇ ਆਬਜੈਕਟ ਕਿਹੜਾ? ਇਹਨਾਂ AB ਜੇ ਇਨਸੀਡੈਂਟ ਰੇ ਆ, ਇਹ ਵੀ ਤਾਂ ਕਿਸੇ ਆਬਜੈਕਟ ਤੋਂ ਆਏਗੀ, ਤੇ ਆ ਤਾਂ ਹੋਏਗਾ ਨਹੀਂ BAO ਮੈਨੂੰ ਇਦਾਂ ਬੈਂਡ ਕਰਕੇ ਲਾਈਨ ਮਿਲੇਗੀ। ਇਹਦਾ ਮਤਲਬ AB ਵਾਸਤੇ ਆਬਜੈਕਟ ਕਿਹਨੇ ਬਣਨਾ? ਉਹਦੇ ਲਈ ਅਸੀਂ ਵਰਡ ਯੂਜ਼ ਕਰਾਂਗੇ ਜਿਹੜੀ ਪਹਿਲੀ ਸਰਫੇਸ ਦੀ ਰਿਫਰੈਕਸ਼ਨ ਹੋਈ, ਜਿਹੜੀ ਪਹਿਲੇ ਸਰਫੇਸ ਦੀ ਰਿਫਰੈਕਸ਼ਨ ਹੋਈ, ਇਹਨੇ ਆਪਣੀ ਪ੍ਰਿੰਸੀਪਲ ਐਕਸਿਸ ਤੇ ਜਿੱਥੇ ਇਮੇਜ ਦੇਣੀ ਹੈ ਉਹ ਮੇਰਾ ਐਸ ਸੱਚ ਆਬਜੈਕਟ ਟ੍ਰੀਟ ਹੋਏਗਾ ਸੈਕਿੰਡ ਸਰਫੇਸ ਤੇ। क्या आप गल समझ लगी पहले? ਇਹਨਾਂ ਗੱਲ ਸਮਝ ਲਗੀ। ਜਿਹੜੀ ਪੁੱਤ AB ਰੇ ਆ ਇਹ ਕਿਸੇ ਆਬਜੈਕਟ ਤੋਂ ਆਂਦੀ ਪਈ ਆ ਤੇ ਉਹ ਆਬਜੈਕਟ ਕਿੱਥੇ ਆ? ਤੇ ਉਹਦੇ ਲਈ ਅਸੀਂ ਇਹ ਕਹਾਂਗੇ ਪਹਿਲੀ ਸਰਫੇਸ ਨੂੰ ਜਦੋਂ ਲਾਈਟ ਦੀ ਰੀਫਰੈਕਸ਼ਨ ਹੋ ਕੇ ਜਾਣੀ ਤੇ ਉਦੋਂ ਇੱਕ ਅਸੰਪਸ਼ਨ ਲਗਾਉਣ ਲੱਗੇ। ਅਸੰਪਸ਼ਨ ਇਹ ਹੋਏਗੀ ਕਿ ਜੇ x p2 y ਆ ਅਸੀਂ ਮੰਨੀਏ ਸੈਕਿੰਡ ਸਰਫੇਸ ਹੈ ਨਹੀਂਗੀ, ਠੀਕ ਹੈ। ਅਸੀਂ ਪਹਿਲਾਂ ਸਭ ਤੋਂ ਪਹਿਲਾਂ ਉਹਦੇ ਅੰਦਰ ਇੱਕ ਕੰਡੀਸ਼ਨ ਦਵਾਂਗੇ if lens material is continuous। lens material continuous ਦਾ ਮਤਲਬ ਇਹ ਹੈਗਾ ਕਿ ਇਸ x p1 y ਵਾਲੀ ਸਰਫੇਸ ਤੋਂ ਬਾਅਦ ਪਿੱਛੇ ਸਾਰੇ ਦਾ ਸਾਰਾ ਅਸੀਂ ਮੰਨਦੇ ਪਏ ਗਲਾਸ ਮਟੀਰੀਅਲ ਭਰਿਆ, ਤੇ ਜੇ ਪਿੱਛੇ ਸਾਰਾ ਹੀ ਮੇਰਾ ਗਲਾਸ ਮਟੀਰੀਅਲ ਹੈ ਤੇ ਇਸ ਲਾਈਟ ਦੀ A ਪੁਆਇੰਟ ਤੋਂ ਰਿਫਰੈਕਸ਼ਨ ਹੋਣ ਤੋਂ ਬਾਅਦ ਇਹ AB I1 ਦੇ ਅਲੋਂਗ ਟਰੈਵਲ ਕਰਕੇ I1 ਵੱਲ ਜਾਊਗੀ। ਆ ਗੱਲ ਸਮਝ ਲੱਗੀ ਜੋ ਦੱਸਦਾ ਪਿਆ? ਇਹਦਾ ਮਤਲਬ ਜੇ ਆ ਸੈਕਿੰਡ ਸਰਫੇਸ ਅਸੀਂ ਸਪੋਜ਼ ਕੀਤੀ ਨਹੀਂ ਹੈਗੀ ਤੇ ਇਹਦਾ ਮਤਲਬ AB ਤੋਂ ਬਾਅਦ ਇੱਥੇ ਸੈਕਿੰਡ ਸਰਫੇਸ ਜਦੋਂ ਆਈ ਨਹੀਂ ਤੇ ਇਹਦਾ ਮਤਲਬ ਸਾਰੀ ਲਾਈਟ ਗਲਾਸ 'ਚ ਟਰੈਵਲ ਕਰਦੀ ਜਾ ਰਹੀ ਤੇ ਗਲਾਸ 'ਚ ਟਰੈਵਲ ਕਰਕੇ I1 ਦੇ ਉੱਤੇ ਆਪਣੀ ਇਮੇਜ ਦੋ। ਕਿੰਨੀ ਗੱਲ ਸਮਝ ਲੱਗੀ? यस सर। ਮੈਨੂੰ ਨਾਲੋਂ ਨਾਲ ਰਿਸਪੌਂਡ ਕਰੂੰਗੇ, ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਮੈਂ ਪੜਾ ਨਹੀਂ ਪਾਉਂਦਾ ਉਨੀ ਦਿਨ ਸੀਰੀਅਸਲੀ। ਇਹਦਾ ਮਤਲਬ AB ਵਾਲੀ ਲਾਈਨ ਤੋਂ ਬਾਅਦ ਇੱਥੇ ਕੋਈ ਰਿਫਰੈਕਸ਼ਨ ਨਹੀਂ ਹੋਈ ਤੇ ਜੇ ਰਿਫਰੈਕਸ਼ਨ ਨਹੀਂ ਹੋਈ ਤੇ ਫਿਰ AB ਵਾਲੀ ਲਾਈਨ ਸਟ੍ਰੇਟ ਵੇ ਜਿਹੜੀ ਆ ਉਹ I1 ਦੇ ਉੱਤੇ ਜਾ ਕੇ ਮੀਟ ਕਰੂ। ਇਧਰੋਂ ਇੱਕ ਰੇ ਤੁਰੀ ਜਾਂਦੀ ਪਈ, ਠੀਕ ਹੈ, ਜਿਹੜੀ ਐਸਐਚ ਆਪਟੀਕਲ ਸੈਂਟਰ ਚੋਂ ਹੋ ਕੇ ਨਿਕਲੂ, ਠੀਕ ਹੈ ਜੀ, ਔਰ ਇਹ ਰੇ ਅਨਡਿਫਲੈਕਟਡ ਸਿੱਧੀ ਇੱਥੇ ਪਹੁੰਚ ਗਈ। ਇਹਦਾ ਮਤਲਬ O ਤੋਂ ਚੱਲੀ ਹੋਈ ਪ੍ਰਿੰਸੀਪਲ ਐਕਸਿਸ ਦੇ ਅਲੋਂਗ ਜਿਹੜੀ ਰੇ ਗਈ ਤੇ ਦੂਜੇ ਪਾਸੇ AB I1 ਵਾਲੀ ਜਿਹੜੀ ਰੇ ਆ ਤੇ ਇਸ ਪੁਆਇੰਟ ਤੇ ਦੋ ਰਿਫਰੈਕਟਡ ਰੇ ਮੀਟ ਕਰਦੀਆਂ ਪਈਆਂ ਤੇ ਜੇ ਇਸ ਪੁਆਇੰਟ ਤੇ ਦੋ ਰਿਫਰੈਕਟਡ ਰੇ ਮੀਟ ਕਰਦੀਆਂ ਤਾਂ ਸੋ ਦਿਸ ਇਜ਼ ਦਾ ਪੋਜੀਸ਼ਨ ਆਫ ਅ ਇਮੇਜ, ਦਿਸ ਇਜ਼ ਦਾ ਪੋਜੀਸ਼ਨ ਆਫ ਅ ਇਮੇਜ ਫਾਰਮਡ ਬਾਈ ਦਾ ਫਰਸਟ ਸਰਫੇਸ। ਤੇ ਫਿਰ ਜਿਹੜੀ ਪਹਿਲੀ ਸਰਫੇਸ ਨੇ ਇਮੇਜ ਬਣਾਈ ਆ ਇਹ ਮੇਰੇ ਸੈਕਿੰਡ ਸਰਫੇਸ ਦੀ ਕੀ ਬਣ ਜਾਣੀ? ਇਹਨੇ ਆਬਜੈਕਟ ਬਣਨਾ। ਹੁਣ ਇਹ ਗੱਲ ਸਮਝਿਆ ਜਾਣਾ ਜੋ ਦੱਸਣ ਲੱਗਿਆ। ਹੁਣ ਆ ਜਦੋਂ ਇਮੇਜ ਬਣ ਇਹ ਕਿਹੜੇ ਮੀਡੀਅਮ 'ਚ ਪਈ ਹੈ? सोचो ध्यान, ये रेडर च नहीं है, ये फिगर अपने आप च 3D फिगर, ठीक है। जे मैं डॉटेड लाइन बनाया तो उसका कारण है बेटा। अब तो बेसिकली इतना होएगा कि जे आ मेरे को लेंस हैगा, इस लेंस के इस साइड पे ऑब्जेक्ट पे इतों लाइट रे स्ट्राइक कीती, स्ट्राइक करके वो लाइट रे ने इथे मेरे दोनों हाथों दे विच गब्बे इस किसी पॉइंट पे अपनी इमेज दे जिथे आ इमेज बनी है। ये इमेज आ जेड़ा थंब ना शो कर रहे हैं ये इमेज ਜਿਹੜੀ ਆ ਇਹ ਸੈਕਿੰਡ ਸਰਫੇਸ ਵਾਸਤੇ ਆਬਜੈਕਟ ਬਣੇਗਾ, ਠੀਕ ਹੈ ਜੀ। ਇਹ ਮਤਲਬ ਇਹ ਸੈਕਿੰਡ ਸਰਫੇਸ ਲਈ ਆਬਜੈਕਟ ਹੋਏਗਾ, ਇਥੋਂ ਇਨਸੀਡੈਂਟ ਰੇ ਇੱਥੇ ਸਟ੍ਰਾਈਕ ਕਰੇਗੀ ਤੇ ਫਿਰ ਫਾਈਨਲ ਇਮੇਜ ਇਹਦੇ ਬੈਕ ਤੇ ਨਿਕਲੇਗੀ। ਇਹਦਾ ਮਤਲਬ ਪਹਿਲੀ ਸਰਫੇਸ ਲਈ ਜਿਹੜੀ ਇਮੇਜ ਬਣਦੀ ਪਈ ਉਹ ਕਿੱਥੇ ਬਣਦੀ ਪਈ ਹੈ? ਕਹਿੰਦਾ ਜੀ ਉਹ ਇਸ ਡੈਂਸਰ ਮੀਡੀਅਮ 'ਚ ਬਣੂ। ਜਦੋਂ ਇਹ ਇਮੇਜ ਸੀਗੀ ਇਹ ਡੈਂਸਰ 'ਚ ਬਣੀ, ਹੁਣ ਇਹ ਇਮੇਜ ਅਗਲੀ ਸਰਫੇਸ ਲਈ ਆਬਜੈਕਟ ਬਣੇਗੀ ਤੇ ਜਦੋਂ ਇਹਨੇ ਅਗਲੇ ਸਰਫੇਸ ਲਈ ਆਬਜੈਕਟ ਬਣਨਾ ਹੈ ਨਾ ਤੁਸੀਂ ਕਹਿੰਦੇ ਆਬਜੈਕਟ ਕਿਹੜੇ ਮੀਡੀਅਮ? ਡੈਂਸਰ। ਡੈਂਸਰ ਤੋਂ ਲਾਈਟ ਇਹਦੇ ਤੇ ਇਨਸੀਡੈਂਟ ਕਰੂ, ਇਹਦੇ ਤੇ ਇਨਸੀਡੈਂਟ ਕਰਕੇ ਤੇ ਲਾਈਟ ਰਿਫਰੈਕਸ਼ਨ ਕਰਕੇ ਫਿਰ ਬਾਹਰ ਨਿਕਲੂ। ਇਹ ਨਿਕਲ ਸਮਝ ਲੱਗ ਰਹੀ? ਹੁਣ ਇਹ ਸਾਰੀ ਚੀਜ਼ ਦੇ ਅੰਦਰ ਅਸੀਂ ਇੱਥੇ ਕੀ ਸ਼ੋ ਕਰਨ ਲੱਗੇ ਕਿ AB ਤੋਂ ਰੇ ਜਦੋਂ I1 ਤੇ ਪਹੁੰਚੀ ਤੇ I1 ਮੇਰੀ ਪਹਿਲੀ ਸਰਫੇਸ ਦੀ ਇਮੇਜ ਆ ਪਰ I1 ਹੀ ਮੇਰੇ ਕੋਲ ਦੂਜੀ ਸਰਫੇਸ ਲਈ ਆਬਜੈਕਟ। ਤੇ ਜਦੋਂ I1 ਮੇਰੇ ਕੋਲ ਆਬਜੈਕਟ ਹੈ ਤੇ ਆਬਜੈਕਟ ਦੇ ਪਿੱਛੇ ਕਿਤੇ ਨਹੀਂ ਪਿਆ, ਆਬਜੈਕਟ ਇਹਦੇ ਅੰਦਰ ਕਿਤੇ ਹੈ, ਠੀਕ ਹੈ ਜੀ। ਯਾਨੀ ਇਹਦੇ ਬੈਕ ਸਾਈਡ ਦੇ ਉੱਤੇ ਇਹਦੇ ਅੰਦਰ ਉਹ ਇਮੇਜ ਆ ਤੇ ਉਹ ਇਮੇਜ ਦੂਜੀ ਸਰਫੇਸ ਲਈ ਵਰਚੁਅਲ ਆਬਜੈਕਟ ਬਣੇਗੀ। ਵਰਚੁਅਲ ਕਿਉਂ ਗਿਆ? ਕਿਉਂਕਿ ਰੀਅਲ ਆਬਜੈਕਟ ਆ ਸੀ, ਠੀਕ ਹੈ ਨਾ। ਤੇ ਆ ਲੈਂਸ ਦੇ ਅੰਦਰ ਦੋ ਵਾਰੀ ਰਿਫਰੈਕਸ਼ਨ ਹੋਈ ਆ ਪਰ ਸਾਨੂੰ ਇਮੇਜ ਇੱਕੋ ਹੀ ਦਿਖ ਰਹੀ। मतलब मेरे हाथ कोई कन्वेक्स लेंस पड़िया, ठीक है जी, एक मैग्नीफायर ग्लास पड़िया होया ਉਹਨੇ मैं किसी पेपर ਦੇ ਉੱਤੇ ਉਹਨੂੰ मैग्नीफाई करके देखदा ਪਿਆ ਤੇ ਮੈਨੂੰ ਉਹਦੀਆਂ ਦੋ ਇਮੇਜ ਨਹੀਂ ਦਿਖਦੀਆਂ। ਮੈਂ ਕਹਾਂ ਜੀ ਜਿਹੜਾ ਲੈਂਸ ਵਾ ਹਨਾ ਇਹ ਚ ਦੋ ਵਾਰੀ ਰਿਫਰੈਕਸ਼ਨ ਹੋਈ ਤਾਂ ਦੋ ਇਮੇਜ ਆਣਗੀ, ਇਹਦਾ ਨਹੀਂ ਹੋਏਗੀ।
ठीक है ना। केवल पहली सरफेस ने जो एसएच रिफ्रैक्शन करके अपनी इमेज बनाई, ये इमेज दूसरी सरफेस ਲਈ वर्चुअल ऑब्जेक्ट बनी ते वर्चुअल ऑब्जेक्ट ਲਈ फिर ए भी मेरी इंसीडेंट रे बनी ਤੇ ਜਦੋਂ इंसीडेंट रे डेंसर ਚ ਪਈ ਆ ਤੇ ਇਹ ਡੈਂਸਰ ਤੋਂ ਜਦੋਂ ਕਿੱਧਰ ਨਿਕਲਣ ਲੱਗੀ ਰੇਲਰ ਤੇ ਇਟ ਵਿਲ ਬੈਂਡ ਅਵੇ ਫਰਮ ਦਾ ਨਾਰਮਲ। ਹੁਣ ਗੱਲ ਕਰਾਂਗਾ ਨਾਰਮਲਸ ਦੀ। ਇਹਨਾਂ ਪਹਿਲਾਂ ਸਮਝ ਲੱਗ ਰਿਹਾ? Yes, sir. Yes, sir. ਚਲ ਇਹਦੇ ਅੰਦਰ ਆਪਾਂ ਇਹ ਤੋਂ ਫਿਰ ਇਹ ਸ਼ੋ ਕਰਨ ਲੱਗੇ ਕਿ ਜਦੋਂ ਲਾਈਟ ਇਸ A ਪੁਆਇੰਟ ਤੇ ਹਿੱਟ ਕੀਤੀ ਆ, ਇਨਸੀਡੈਂਟ ਕੀਤੀ ਤੇ C1 A N1 ਮੇਰਾ ਨਾਰਮਲ ਸੀ, ਲਾਈਟ ਮੇਰੇ ਕੋਲ ਰੇਲਰ ਤੋਂ ਡੈਂਸਰ ਵੱਲ ਬੈਂਡ ਹੋ ਗਈ ਤੇ ਬੈਂਡ ਹੋ ਕੇ ਉਹਨੇ AB I1 ਦੇ ਅਲੋਂਗ ਜਿਹੜੀ ਆਪਣੀ ਇਮੇਜ ਦਿੱਤੀ। ਇੱਥੇ ਤੱਕ ਜਿਹੜਾ ਟੌਪਿਕ ਪਹਿਲਾਂ ਬਣੇਗਾ ਉਹ ਹੈਗੀ ਰਿਫਰੈਕਸ਼ਨ ਫਰਮ ਰੇਲਰ ਟੂ ਡੈਂਸਰ। ਸਰਫੇਸ ਮੇਰੀ ਜਿਹੜੀ ਆ ਗਈ ਉਹ ਕਨਵੈਕਸ ਸਰਫੇਸ ਆ और पहले तो क्योंकि लाइट इतने तक बेंड होके गई, दूजी रे ना एक्चुअल मीट की थी, इसलिए ये इमेज रियल इमेज है। ये नहीं गल समझ लगी पहले? Yes, sir. चलो एक टॉपिक पहले ये कंप्लीट करांगे, उस तो बाद फिर अपने को सेकंड के पार्ट के अंदर क्या होगा, रिफ्रैक्शन एट x_p2y। ਤੇ ਜਦੋਂ ਦੂਜੀ ਵਾਰੀ ਅਸੀਂ ਰਿਫਰੈਕਸ਼ਨ ਲੈਣੀ ਉਦੋਂ ਅਸੀਂ ਆਪਣੀ ਜਿਹੜੀ ਅਸੰਪਸ਼ਨ ਲਗਾਈ ਸੀ ਉਹਨੂੰ ਚੇਂਜ ਕਰਾਂਗੇ। ਅਸੀਂ ਪਹਿਲਾਂ ਵਰਡ ਦਿੱਤੇ ਕਿ ਲੈਂਸ ਮਟੀਰੀਅਲ ਇਜ਼ ਕੰਟੀਨਿਊ, ਉਹਦਾ ਮਤਲਬ ਹੈ ਕਿ ਇਸ xp1y ਤੋਂ ਬਾਅਦ ਇਹਦੇ ਪਿੱਛੇ ਸਾਰਾ ਗਲਾਸ ਭਰਿਆ ਸੀ। ਫਿਰ ਅਸੀਂ ਜਾ ਕੇ ਆਪਣੀ ਹੀ ਸਪੋਜੀਸ਼ਨ ਗਲਤ ਕਰਦੇ ਹਾਂ ਕਿ ਵੀ ਐਕਚੁਅਲੀ ਲੈਂਸ ਮਟੀਰੀਅਲ ਕੰਟੀਨਿਊਸ ਨਹੀਂ ਹੈਗਾ, ਇਸ xp2y ਵਾਲੀ ਸਰਫੇਸ ਤੋਂ ਬਾਅਦ ਗਲਾਸ ਮਟੀਰੀਅਲ ਖਤਮ ਹੋ ਜਾਂਦਾ। क्लियर? ਉਦੋਂ ਫਿਰ ਇਹ ਵੀ ਮੇਰੀ ਕੀ ਬਣ ਜਾਣੀ इंसिडेंट, और इंसिडेंट रे आ गई डेंसर। ਹੁਣ ਸੈਕੰਡ ਸਰਫੇਸ ਵਾਸਤੇ ਜੇ ਮੈਂ ਪਰਪੈਂਡੀਕੂਲਰ ਡਰਾ ਕਰਨਾ ਤੇ ਇਹਦਾ ਸਫੀਅਰ ਦਾ ਸੈਂਟਰ ਇਧਰ ਘੁੰਮਣਾ ਤੇ ਮੈਂ C2 ਤੋਂ B ਤੇ N2 ਨੂੰ ਜੁਆਇਨ ਕਰ ਲਵਾਂ ਤੇ C2 B N2 ਮੇਰਾ ਸੈਕੰਡਲੀ ਨਾਰਮਲ ਹੈ। ਹੁਣ ਇਹ ਲਾਈਨ ਚਲੀ ਜੀ ਮੇਰੀ ਡੈਂਸਰ ਟੂ ਰੇਲ ਤੇ ਜੇ ਸਟ੍ਰੇਟ ਪਾਥ ਬਣਾਵਾਂ ਤੇ ਆ ਸੀਗਾ ਨਾਰਮਲ ਉੱਪਰ ਵੱਲ ਨੂੰ ਆ, ਇਹਦਾ ਮੈਂ ਲਾਈਟ ਡੈਂਸਰ ਟੂ ਰੇਲਰ ਚਲੀ ਤੇ ਅਵੇ ਫਰਮ ਦਾ ਨਾਰਮਲ ਇਧਰ ਬੈਂਡ ਕਰ ਜੋ। ਇਹਦਾ ਮਤਲਬ ਆ ਰੇ ਬੈਂਡ ਕਰਕੇ ਆ ਕਿਸੇ ਪੁਆਇੰਟ I ਤੇ ਪਹੁੰਚੀ, ਇਧਰੋਂ ਅਨਡਿਫਲੈਕਟਡ ਰੇ ਇੱਕ ਸਿੱਧੀ ਤੁਰੀ ਗਈ ਤੇ ਇਹਦਾ ਮਤਲਬ I ਪੁਆਇੰਟ ਤੇ ਦੋ ਰੇਜ਼ ਜਿਹੜੀਆਂ ਨੇ ਉਹ ਐਕਚੁਅਲ ਮੀਟ ਕਰ ਗਈ। ਇਸ ਲਈ ਪਹਿਲੇ ਕੇਸ ਦੇ ਅੰਦਰ ਰੇਲਰ ਟੂ ਡੈਂਸਰ ਉਹਦੇ ਲਈ ਰੀਅਲ ਇਮੇਜ ਦਾ ਕੇਸ ਬਣਿਆ, ਦੂਜੀ ਵਾਲੀ ਡੈਂਸਰ ਟੂ ਰੇਲਰ ਉਹਦੇ ਲਈ ਰੀਅਲ ਇਮੇਜ ਦਾ ਕੇਸ ਬਣਿਆ ਤੇ ਇਹ ਦੋ ਇਕੁਏਸ਼ਨਾਂ ਜਿਹੜੀਆਂ ਬਣਨਗੀਆਂ ਉਹਨਾਂ ਨੂੰ ਐਡ ਕਰਕੇ ਫਿਰ ਆਪਣਾ ਫਾਈਨਲ ਰਿਜ਼ਲਟ ਆ। ਜਿਹੜੀ ਤੁਹਾਡਾ ਹੁਣ ਅਗਲਾ ਪੋਰਸ਼ਨ ਕੀ ਹੈਗਾ ਇਸ ਟੌਪਿਕ ਦੇ ਅੰਦਰ ਜੇ ਚਲੀਏ ਤੇ ਪੁੱਤ ਜਿੰਨੇ ਆਪਾਂ ਪਿੱਛੇ ਟੌਪਿਕ ਕੀਤੇ ਉਹਨਾਂ ਵਿੱਚੋਂ ਦੋ ਟੌਪਿਕ ਦੀ ਗੱਲ ਕਰਨ ਲੱਗਿਆ। ਪਹਿਲਾ ਸੀਗਾ ਰਿਫਰੈਕਸ਼ਨ ਫਰਮ ਰੇਲਰ ਟੂ ਡੈਂਸਰ ਐਟ ਕਨਵੈਕਸ ਸਰਫੇਸ ਫॉर ਰੀਅਲ ਇਮੇਜ, ਇਹ ਆਪਣੀ ਪਹਿਲੀ ਡੈਰੀਵੇਸ਼ਨ ਸੀ। ਫਿਰ ਚੌਥੀ ਡੈਰੀਵੇਸ਼ਨ ਸਾਡੇ ਕੋਲ ਸੀਗੀ ਰਿਫਰੈਕਸ਼ਨ ਫਰਮ ਡੈਂਸਰ ਟੂ ਰੇਲਰ ਐਟ ਕਨਵੈਕਸ ਸਰਫੇਸ ਰੀਅਲ ਇਮੇਜ। ਤੁਹਾਡੇ ਉਹ ਦੋਨੋਂ ਦੀਆਂ ਦੋਨੋਂ ਡੈਰੀਵੇਸ਼ਨ ਇੱਥੇ ਕੰਬਾਈਨ ਹੋਈ। इतना समय लग रहा है। चलो लास्ट वर्ड रह गए, आप डिस्टेंस ले लिए जिदा पर पहली सरफेस ਲਈ ਜਦੋਂ ਰਿਫਰੈਕਸ਼ਨ ਕਰ ਸਟੱਡੀ ਕਰਨੀ ਉਦੋਂ A ਤੋਂ ਇੱਕ ਪਰਪੈਂਡੀਕੂਲਰ ਡਰਾ ਕਰ ਲਿਆ, ਠੀਕ ਹੈ ਜੀ। ਜਦੋਂ ਦੂਜੇ ਲਈ ਕਰਨੀ ਤਾਂ B ਤੋਂ ਇੱਕ ਡਰਾ ਕਰਕੇ ਰੱਖ ਲਿਆ। ਚਾਰ ਐਂਗਲ ਆ ਗਏ। ਪਹਿਲੀ ਜਦੋਂ ਇਨਸੀਡੈਂਟ ਰੇ ਉਹਦਾ I1 ਤੇ ਉਹਦਾ ਐਂਗਲ ਆਫ ਰਿਫਰੈਕਸ਼ਨ R1, ਸੈਕੰਡ ਸਰਫੇਸ ਲਈ ਮੇਰੇ ਕੋਲ ਐਂਗਲ ਆਫ ਇਨਸੀਡੈਂਸ I2 ਤੇ ਐਂਗਲ ਆਫ ਰਿਫਰੈਕਸ਼ਨ R2। ਉਸ ਤੋਂ ਬਾਅਦ ਪ੍ਰਿੰਸੀਪਲ ਐਕਸਿਸ ਤੇ ਪੰਜ ਐਂਗਲ ਆ ਗਏ, ठीक है जी। ऑब्जेक्ट का यानी इंसिडेंट रे दा प्रिंसिपल एक्सिस ना अल्फा, जेडी इमेज बनी पहली सरफेस दे हिसाब नाल ओनु सी सिंपल बीटा वन, ठीक है जी। इनु भाਵੇਂ बीटा 2 कह दो कोई गलती नहीं, ठीक है। पहली इमेज ਲਈ एंगल बीटा 1 आ गया, फाइनल इमेज ਲਈ एंगल बीटा आ गया ਤੇ ਦੋ ਮੇਰੇ ਕੋਲ ਇੱਥੇ ਸੈਂਟਰ ਆਫ ਕਰਵੇਚਰ ਦੀ ਪੋਜੀਸ਼ਨਸ ਆਈਆਂ। C1 ਨੇ ਮੇਰੇ ਕੋਲ ਐਂਗਲ गामा 1 ਤੇ C2 ਨੇ ਐਂਗਲ गामा। एंगल क्लियर? डिस्टेंस लवा ਤੇ C ਤੋਂ ਲੈ ਕੇ ਆਬਜੈਕਟ ਤੱਕ ਦਾ ਡਿਸਟੈਂਸ U ਆ ਗਿਆ। C ਤੋਂ ਲੈ ਕੇ ਜਿਹੜਾ ਸੈਂਟਰ ਆਫ ਕਰਵੇਚਰ C2 ਤੱਕ ਦਾ ਡਿਸਟੈਂਸ R2 ਆ ਗਿਆ। ਇਹ ਦੋਨੋਂ ਮਾਈਨਸ ਤੇ ਮੇਰੇ ਡਿਸਟੈਂਸ। C ਤੋਂ ਲੈ ਕੇ C1 ਤੱਕ ਮੇਰੇ ਕੋਲ R1, C ਤੋਂ ਲੈ ਕੇ I ਤੱਕ ਫਾਈਨਲ ਇਮੇਜ ਉਹ ਤੁਸੀਂ B ਨਾਲ ਲਿਖ ਲਿਆ। C ਤੋਂ ਲੈ ਕੇ ਜਿਹੜੀ ਮੇਰੀ ਇੰਟਰਮੀਡੀਏਟ ਇਮੇਜ ਬਣੀ ਹੈ ਉਹਨੂੰ ਅਸੀਂ B1 ਨਾਲ ਰਿਪਰੈਜ਼ੈਂਟ ਕਰ। डिस्टेंस क्लियर है जी सारे? इना क्लियर? Yes. कोई क्लियर है नहीं हो? डायग्राम कंप्लीट अपनी बेटा? Yes, sir. Yes, sir. Yes. चलो मैथमेटिकल शुरू कर रहे हैं जी, नाल नाल करते चलोगे। पहला पार्ट ਇਹਦੇ ਵਿੱਚ ਆਏਗਾ
refraction from surface xp1y, पहली रिफ्रैक्शन पहली सरफेस xp1y तो करांगे ते इस a पॉइंट ते स्नेलर लॉ ला दे ते पूरा टॉपिक रेयर टू डेंसर वाला सी वो ट्राई करन लगे, ठीक है। अप्लाई बिजली स्टेप शॉर्ट करांगे, अप्लाई स्नेल्स लॉ एट a कि अपने को कंडीशन आ जाएगी μ1 into i1 equal to μ2 into r1। इस इंटरफेस ਦੇ ਉੱਤੇ ਜਾ ਕੇ ਇੱਥੇ i1 ਤੇ r1 ਦੇ ਨਾਲ μ1 ਤੇ μ2 ਦਾ ਰਿਲੇਸ਼ਨ ਦੇ ਦਿਓ। क्लियर है जी। i1 ਦੀ ਵੈਲਿਊ ਭਰਨੀ ਸ਼ੁਰੂ ਕਰੀਏ। i1 बनाओ, ट्रायंगल ਕਿਹੜੀ ਲੈਣੀ गामा भी ਹੁੰਦਾ ਹੋਆ गामा ਤੁਹਾਡੀ ਇੱਕ ਰੇ ਆ ਗਈ OA ਤੇ ਇੱਕ ਰੇ ਆ ਗਈ AC1, ਇਸ ਲਈ ਇਤੋਂ i1 ਦਾ ਫਾਰਮੂਲਾ अल्फा प्लस गामा 1 ਆ ਜਾਏ, यानी i1 की जगह पे अपने को अल्फा प्लस गामा 1 μ2 into r1 बनाया केड़ी दो रे ने, एक का ले लेनी नॉर्मल, एक लेनी रिफ्रैक्टेड दे AB i1 दे अलोंग गई हुई है पहली सरफेस ली, ये मैं ट्रायंगल का नाम रखा i1 AC1। इस ट्रायंगल के अंदर r1 अंदर आंदा पिया ते बाहर मेरे को एंगल गामा 1 ते दूसरा अंदर एंगल बीटा 1, यानी गामा 1 इक्वल टू r1 प्लस बीटा 1 ते अपना r1 की वैल्यू गामा 1 माइनस बीटा 1 बाहर वाले से अंदर का माइनस होना। एंगल क्लियर है जी, एंगल वाला स्टेप सब तो ज्यादा इंपॉर्टेंट होएगा बेटा, क्लियर है। यस सर। रवनीत एक बारी ना अटेंडेंस नोट कर ली पुੱਤ ਤੇ ਮੈਨੂੰ ਭੇਜ ਜ਼ਰੂਰ ਦੇ। ओके सर। मैं आज ਜਿਹੜੇ ਨਹੀਂ ਹੈਗੇ ਮੈਂ ਇਹਨਾਂ ਦੇ ਘਰ ਇਹਨਾਂ ਦੇ ਪੇਰੈਂਟਸ ਨਾਲ ਕਰਨੀ ਗੱਲ। ਹਾਂਜੀ ਹੁਣ ਇੱਥੇ ਵੈਲਿਊ ਭਰਦੇ ਚਲੋ, ਸਟੈਪ ਉਹਦੇ ਸ਼ਾਰਟ ਕਰਾਂਗੇ ਪ੍ਰੋਜੈਕਟ ਕਰੀ, ਠੀਕ ਹੈ ਜੀ। ਅਲਫਾ ਗਾਮਾ 1 ਬੀਟਾ 1 ਚਾਰਾਂ ਦੀ ਵੈਲਿਊ ਭਰ ਲਈ ਤੇ ਆਪਣੇ ਕੋਲ ਪਰਪੈਂਡੀਕੂਲਰ AM1 ਪਹਿਲੀ ਸਰਫੇਸ ਲਈ AM1 अपना सारे जी कॉमन आना, ठीक है जी। ਹੁਣ ਛੱਡ ਕੇ ਚੱਲਾਂਗਾ ਤੇ ਆਪਣੇ ਕੋਲ ਰਿਜ਼ਲਟ ਬਣਿਆ μ1 ਇਨਟੂ ਅਲਫਾ ਦੀ ਥਾਂ ਤੇ बोलो AM1 ओवर बोलो ਤੁਸੀਂ बोलो तो ज्यादा ਵਧੀਆ ਵਾ M1 ओवर ਆਪਾਂ M1 चलो ठीक से बता लो AM1 ਛੱਡ ਦਾਂਗੇ M1 O आ गया प्लस M1 C आ गया μ2 into 1 by M1 C आ गया माइनस 1 by M1 I1 आ गया। क्या ये ना क्लियर है जी? Yes. केड़ा रहेगा C1 M1 बीटा 1 M1 C1 क्यों होगा जी? अच्छा आ वाला सॉरी कितने C बिल्कुल मिल गया था गैस। ਹੁਣ ਇਹਦੇ ਚ ਸਾਰੇ ਡਿਸਟੈਂਸ ਜਿਹੜੇ ਆ ਕਿਹੜੇ ਪੁਆਇੰਟ ਤੋਂ M1 ਅੱਗੇ ਆਪਾਂ ਸਾਰੇ ਟੌਪਿਕ ਚੇ ਕਰਦੇ ਗਏ ਕਿ ਵੀ ਆਪਾਂ ਕਹਿੰਦੇ ਸੀ ਕਿ M1 ਦੀ ਜਗ੍ਹਾ ਕਿਹਨਾਂ ਰਿਪਲੇਸ ਕਰੋਗੇ, ਪਰ ਹੁਣ ਪੁੱਤੇ ਇੱਥੇ ਆਪਾਂ ਸਾਰੇ ਡਿਸਟੈਂਸ ਆਪਟੀਕਲ ਸੈਂਟਰ ਤੋਂ ਲੈਣੇ। ਇੱਕ ਅਸੰਪਸ਼ਨ ਲਗਾ ਦਾਂਗੇ as length is very thin, as length is very thin, so P1 M1 C, ठीक है जी। so P1 M1 C are very close to each other, so replace M1 with C, यानी ਤੁਸੀਂ ਸਾਰੇ ਦੇ ਸਾਰੇ ਡਿਸਟੈਂਸ M1 ਦੀ ਜਗ੍ਹਾ P1 ਦੀ ਜਗ੍ਹਾ C ਤਾਂ ਆਪਾਂ ਇੱਕੋ ਸਟੈਪ ਤੇ ਸਿੱਧਾ ਹੀ M1 C ਨਾਲ ਰਿਪਲੇਸ ਕਰਾ ਤੇ ਆਪਣੇ ਕੋਲ ਟਰਮ ਨਾਲ ਹੀ ਰੀਅਰੇਂਜ ਕਰ ਲਓ। अपने को टर्म आ जाएगी μ1 ओवर C को, ठीक है जी। और इधरों CI1 वाली टर्म इधर है प्लस आ जाएगा μ2 ओवर CI1 इक्वल टू μ2 ओवर CC1 माइनस μ1 ओवर CC1 टर्म बन जाएगी μ2 माइनस μ1
ओवर CC1 आ मेरे को पहला रिलेशन आ जो इनु हले इसे वेरिएबल च रहन दो यू भी बाद च करा क्या फर्स्ट इक्वेशन क्लियर है जी Yes, sir. Yes, sir. चलो नेक्स्ट वन अपने को आ जाएगा रिफ्रैक्शन फ्रॉम सरफेस x p2y सरफेस x p2y एक लाइन डिफाइन कर दी हूं नेक्स्ट लाइन लिखो एक्चुअली लेंस मटेरियल इज नॉट कंटिन्यूअस actually lens material is not continuous so refracted ray AB further get refracted ray AB further gets refracted at the point B further gets refracted at the point B ठीक है जी at the point B and give the final image at the point I and give the final image at the point at the position I as shown उन सेकंड सरफेस पे रिफ्रैक्शन जो होएगी फिर दोबारा स्नेल्स लॉ ना शुरू करो अप्लाई Snell's law at B ਤੇ ਜੇ B ਤੇ Snell law ਲਾਈਏ ਹੁਣ ਅੰਦਰ ਮੀਡੀਅਮ ਕਿਹੜਾ ਉਹਦਾ ਰਿਫਰੈਕਟਿਵ ਇੰਡੈਕਸ mu2 ਵਾਲੇ ਮੀਡੀਅਮ ਚ I2 ਆ ਗਿਆ mu1 ਵਾਲੇ ਮੀਡੀਅਮ ਚ I2 ਆ ਗਿਆ ਇਹ ਜੇ ਤੇ ਕੰਡੀਸ਼ਨ ਲਿਖੇ ਜੇ ਆਪਣੇ ਕੋਲ ਆ ਜਾਏਗੀ ਡੀਅਰ ਤੋਂ mu2 into I2 equal to mu1 into I2 ਹੁਣ ਇਹਨਾਂ ਦੀ ਵੈਲਿਊ ਭਰਨੀ ਹੈ ਬੇਟਾ ਇੱਕ ਵਾਰ ਉਹਨੂੰ ਆਪਾਂ ਪਹਿਲਾਂ ਕਰ ਲਈਏ ਹੁਣ I2 एंगल ਕਿਹੜੀਆਂ ਦੋ ਰੇਜ਼ ਆ ਇੱਕ ਬੰਨੀ ਇਨਸੀਡੈਂਟ ਰੇ ਉਹ ਮੇਰੀ ਜਾ ਰਹੀ ਕਿਹੜੀ ਜੀ ABI1 ਵਾਲੀ ਠੀਕ ਹੈ ਔਰ ਇਹਦੇ ਲਈ ਨਾਰਮਲ ਲਵਾਂ ਤੇ ਨਾਰਮਲ ਮੇਰੇ ਕੋਲ ਆ ਗਿਆ C2BN2 ਵਾਲਾ ਇਹ ਮਤਲਬ ਆਪਣੀ ਟ੍ਰਾਇੰਗਲ ਕਿਹੜੀ ਬਣੀ ਫਿਰ C2BI1 ਇਹਨੇ ਗੱਲ ਸਮਝ ਲੱਗਦੀ ਵੀ ਜਿਹੜੀ ਆਪਣੇ ਕੋਲ I2 ਵਾਸਤੇ ਟ੍ਰਾਇੰਗਲ ਬੰਨੀ ਆ ਉਹਨਾਂ 'ਚ ਇੱਕ ਨਾਰਮਲ ਰੇ ਆ ਗਈ C2BN2 ਵਾਲੀ एक ABI1 ਦੇ ਅਲੋਂਗ ਮੇਰੀ ਇਨਸੀਡੈਂਟ ਰੇ ਕੰਸੀਡਰ ਹੋਈ ਇਸ ਲਈ ਟ੍ਰਾਇੰਗਲ ਆਪਣੀ ਬਣ ਗਈ C2BI1 ਤੇ ਇਸ C2BI1 ਦੇ ਵਿੱਚ I2 ਐਕਸਟਰਨਲ ਆ ਇੰਟਰਨਲ ਚ ਗਾਮਾ 2 ਪਿਆ ਤੇ ਦੂਜਾ ਬੀਟਾ ਇਹਨਾਂ ਜੇ ਤੇ ਕੰਡੀਸ਼ਨ ਲਿਖੇ ਜਾ ਆਪਣੇ ਕੋਲ ਕੀ ਆ ਜਾਏਗੀ mu2 into gamma 2 plus beta 1 equal to mu1 into I2 सिर्फ बस स्टेप एक पूरा कर लो फिर नोट कर ਹੁਣ R2 डिफाइन करिए ਤੇ ਕਿਹੜੀਆਂ ਦੋ ਰੇ ਆ ਇੱਕ ਨਾਰਮਲ ਵਾਲੀ C2B ਰੇ ਆ ਗਈ ਇੱਕ ਮੇਰੇ ਕੋਲ BI ਵਾਲੀ ਕਹਿੰਦਾ ਜੀ ਮੇਰੀ ਰਿਫਰੈਕਟਡ ਰੇ ਆ ਤੇ ਉਹਦੇ ਵੀ R2 ਐਕਸਟੀਰੀਅਰ ਚ ਤੇ ਇੰਟੀਰੀਅਰ ਚ ਇੱਕ ਗਾਮਾ 2 ਆ ਗਿਆ ਤੇ ਇੱਕ ਬੀਟਾ ਇਹਨੂੰ ਲਿਖ ਦੇ ਆਪਣੇ ਕੋਲ ਆ ਗਿਆ ਜੀ ਗਾਮਾ 2 ਪਲੱਸ ਬੀਟਾ ਜੇ ਬੱਚੇ ਐਂਗਲ ਕਲੀਅਰ ਆ ਤਾਂ ਮੈਨੂੰ ਬੋਲੋ ਫਿਰ ਅੱਗੇ ਕੰਟੀਨਿਊ ਕਰ ਪਾਵਾਂਗੇ ਆਪਾਂ कोई क्लियर है ना Yes, sir. Yes, sir. Yes, sir. करिए कंटिन्यू चलो ਹੁਣ ਆ ਜਾਓ ਆਪਾਂ ਸੈਕੰਡ ਪਰਪੈਂਡੀਕੂਲਰ ਡਰਾ ਕਰਕੇ ਰੱਖਿਆ ਹੋਇਆ BM2 ਵਾਲਾ ਇਹਦੇ ਬੇਸ ਤੇ ਹੁਣ ਤੁਸੀਂ ਗਾਮਾ 2 ਨੂੰ ਵੀ ਬੀਟਾ ਨੂੰ ਵੀ ਤੇ ਬੀਟਾ 1 ਨੂੰ ਡਿਫਾਈਨ ਕਰਨਾ ਬੋਲੋ ਕੀ ਲਿਖਾਂਗੇ ਪਹਿਲਾਂ mu2 into gamma 2 ਵਾਸਤੇ ਬੋਲੋ ਜੀ ਆਪਾਂ ਕੀ ਡਿਫਾइन ਕਰਾਂਗੇ ਇਧਰੋਂ ਆਇਆ BM2 इधर है M2 C2 ठीक है M2 C2 यानी आपने को BM चलो देख लो BM2 ओवर आ गया अपने को M2 C2 ठीक है जी प्लस हैगा बीटा 1 आ साइड इधर चलो जी BM2 इधर आ गया M2 I1 BM2 ओवर M2 I1 इक्वल टू mu1 into गामा 2 वास्ते सेम मॉडिफाई द्वारा लिख लो गामा 2 अपने को सीखा BM2 ओवर M2 C2
ठीक है जी प्लस सीगा अपने को बीटा बीटा लिखी आ जाओ dm2 over m2i ਹੁਣ दो काम इकट्ठे कर लो अपने को लिखना bm2 सारे जो काट दो ठीक है जी दूसरे पासे m2 किधर रिप्लेस करेंगे हां जी c देना ठीक है ना assumption हुई है कि लेंस थीटा इसलिए p2 की जगह सीधा रिप्लेस c ना कर दो ये मतलब अपने को नाल ही टर्म रीअरेंज भी कर दो की बने जी अपने को बनाओ mu2 आ टर्म मेरी cc2 mu1 ओवर cc2 इधर है टर्म बन गई mu2 माइनस mu1 ओवर cc2 इक्वल टू दूसरे पासे अपने को टर्म आई mu1 ओवर ci ठीक है जी इधरों अपनी टर्म आ गई दूसरे पासे माइनस mu2 ओवर ci1 आ स्टेप क्लियर है बतून Yes, sir. Yes, sir. पहले लिखना छाड़ के गल समझ लियो फिर बाद चो कंप्लीट कर ली जेडी पहली इक्वेशन आई आ ਉਹਦੇ ਚ ਇੱਕ ਚੀਜ਼ ਧਿਆਨ ਨਾਲ ਚੈੱਕ ਕਰੋ ਉੱਤੇ mu2/ci1 ਮੇਰੇ ਕੋਲ ਪਲੱਸ ਆ ਇੱਥੇ ਮੇਰਾ mu2/ci1 ਮਾਈਨਸ ਆ ਕਿਉਂ ਕਿਉਂਕਿ ਇੱਕ ਵਾਰੀ ਇਹ ਆਬਜੈਕਟ ਸੀਗਾ ਇੱਕ ਵਾਰੀ ਇਹ ਇਮੇਜ ਸੀ ਠੀਕ ਹੈ ਅਗਰ ਮੈਂ ਦੁਬਾਰਾ ਰਿਪੀਟ ਕਰ ਰਿਹਾ ਆਪਣੇ ਕੋਲ ਆ ਐਸਐਚ ਕਹਿੰਦਾ ਜੀ ਜਿਹੜਾ ਲੈਂਸ ਸੀਗਾ ਲੈਂਸ ਦੇ ਇੱਧਰ ਆਬਜੈਕਟ ਸੀਗਾ ਜਦੋਂ ਪਹਿਲੀ ਵਾਰੀ ਇਹ i1 ਇਮੇਜ ਬਣ ਕੇ ਅੰਦਰ ਆਈ ਹੈ ਤੇ ਉਦੋਂ ਪਹਿਲੀ ਸਰਫੇਸ ਦੇ ਇਹ ਅੰਦਰਲੀ ਸਾਈਡ ਗੱਲ ਸਮਝ ਲੱਗੀ ਜਦੋਂ ਆਪਾਂ ਐਸਐਚ ਤੇ ਰੱਖ ਕੇ ਚਲੀਏ ਕਿ ਵੀ ਜੇ ਇੱਥੇ ਇਮੇਜ ਬਣੀ ਆ ਤੇ ਪਹਿਲੀ ਸਰਫੇਸ ਦੇ ਹਿਸਾਬ ਨਾਲ ਉਹ ਇਹਦੀ ਪੋਜ਼ਿਟਿਵ ਸਾਈਡ ਵਾਲੀ ਇਮੇਜ ਤੇ ਦੂਜੀ ਵਾਰੀ ਇਹ ਪੁਆਇੰਟ ਸੈਕਿੰਡ ਸਰਫੇਸ ਦੇ ਹਿਸਾਬ ਨਾਲ ਜੇ ਮੈਂ ਸੋਚਾਂ ਤੇ ਸੈਕਿੰਡ ਸਰਫੇਸ ਦੇ ਇਹ ਇਨ ਫਰੰਟ ਗਿਣਿਆ ਜਾ ਰਿਹਾ ਤੇ ਇਹਦੇ ਤੇ ਇਨ ਫਰੰਟ ਜਦੋਂ ਹੋਏਗਾ ਤੇ ਇਸ ਪੁਆਇੰਟ ਤੋਂ ਇਧਰਲੇ ਡਿਸਟੈਂਸ ਜਿਹੜੇ ਨੇ ਉਹ ਮੇਰੇ ਨੈਗੇਟਿਵ ਇਸ ਲਈ ਜਦੋਂ ਇਹ ਇਮੇਜ ਆਬਜੈਕਟ ਬਣਦੀ ਆ ਉਦੋਂ ਇਹ ਲੈਂਸ ਦੇ ਇਨ ਫਰੰਟ ਆ ਮਤਲਬ ਇਸ ਸਰਫੇਸ ਦੇ ਇਨ ਫਰੰਟ ਆ ਤੇ ਜਦੋਂ ਇਹ ਇਮੇਜ ਸੀਗੀ ਆਪਣੇ ਆਪ ਤੇ ਇਹ ਪਹਿਲੀ ਸਰਫੇਸ ਦੇ ਕਹਿੰਦਾ ਜੀ ਪੋਜ਼ਿਟਿਵ ਸਾਈਡ ਤੇ ਆਉਂਦੀ ਇਸ ਲਈ ਇੱਕ ਵਾਰੀ ਇਹ ਮੇਰੇ ਕੋਲ ਜਿਹੜੀ ਟਰਮ ਆ ਇੱਥੇ ਇਮੇਜ ਬਣ ਕੇ ਆਈ ਸੀ ਇਸ ਲਈ ਪਲੱਸ ਚ ਸੀਗੀ ਇੱਥੇ ਇਹੀ ਚੀਜ਼ ਮੇਰੀ ਆਬਜੈਕਟ ਬਣੀ ਆ ਇਸ ਲਈ ਮਾਈਨਸ ਸਟੈਂਡ ਕਰਦਾ ਹੈ ਆ ਕਲੀਅਰ ਆ ਦੂਜਾ ਵਰਡ ਅਸੀਂ ਕਹਿੰਦੇ ਕਿ ਜਦੋਂ ਰੀਅਲ ਆਬਜੈਕਟ ਆ ਤੇ ਤੁਹਾਡੇ ਕੋਲ ਲੈਂਸ ਦੇ ਥਰੂ ਫਾਈਨਲ ਇਮੇਜ ਸਿੱਧੀ ਦਿਖਦੀ ਹੈ ਸਾਨੂੰ ਜਿਹੜੀ ਉਹ ਇੰਟਰਮੀਡੀਏਟ ਇਮੇਜ ਬਣੀ ਉਹ ਵਿੱਚ ਕਿਤੇ ਵੀ ਨਹੀਂ ਦਿਖਦੀ ਹਨਾ ਆਪਾਂ ਲੈਂਸ ਫੜ ਕੇ ਬੈਠੇ ਹੋਈਏ ਆਪਾਂ ਕਹਿੰਦੇ ਜੀ ਲੈਂਸ ਦੇ ਨਾਲ ਮੈਂ ਕਿਸੇ ਨੂੰ ਦੇਖ ਰਿਹਾ ਤੇ ਮੈਂ ਕਹਿੰਦਾ ਦੋ ਵਾਰੀ ਰਿਫਰੈਕਸ਼ਨ ਹੋਈ ਤੇ ਦੋ ਰਿਫਰੈਕਸ਼ਨ ਦਾ ਮਤਲਬ ਦੋ ਇਮੇਜ ਤੇ ਪਰ ਉਹ ਕਹਿੰਦਾ ਜੀ ਜਿਹੜੀ ਵਿਚਲੀ ਇਮੇਜ ਬਣਨੀ ਆ ਜਿਹਨੇ ਦੂਜੀ ਵਾਰੀ ਵਰਚੁਅਲ ਆਬਜੈਕਟ ਬਣਨਾ ਹਨਾ ਇਹ ਵਿੱਚ ਤੁਹਾਡੇ ਕੋਲ ਐਸਾ ਚ ਕਿਤੇ ਵੀ ਇਮੇਜ ਰਹਿ ਨਹੀਂ ਜਾਣੀ ਤੁਹਾਡੇ ਵੀ ਰੀਅਲ ਆਬਜੈਕਟ ਤੇ ਫਾਈਨਲ ਇਮੇਜ ਆ ਦੋ ਚੀਜ਼ਾਂ ਸਟੈਂਡ ਕਰਨੀਆਂ ਇੰਨੀ ਗੱਲ ਸਮਝ ਲੱਗ ਰਹੀ और वही चीज हुन इथे देखो एक बारी वो इमेज डिस्टेंस सेगा इमेज दी फॉर्म च सीगी एक बारी मेरे को ऑब्जेक्ट नेक्स्ट लाइन दे अंदर ਆਪਾਂ ਇਹ ਚੱਲਣ ਲੱਗੇ ਕਿ ਜਦੋਂ ਦੋਨਾਂ ਸਰਫੇਸ ਨੇ ਆਪਣੀ ਆਪਣੀ ਰਿਫਲੈਕਸ਼ਨ ਕਰਤੀ ਹੁਣ ਫਾਈਨਲ ਇਮੇਜ ਵਾਸਤੇ ਤੁਸੀਂ ਦੋਨੋਂ ਇਕੁਏਸ਼ਨ ਐਡ ਕਰ ਜਦੋਂ ਐਡ ਕਰੂੰਗਾ ਆ ਸਟੈਪ ਕੰਪਲੀਟ ਕਰ ਲਾਂਗੇ ਫਿਰ ਤੁਸੀਂ ਕਰੀ ਚੱਲੀਏ ਐਡ 1 ਐਂਡ 2 ਜੇ ਦੋਨਾਂ ਨੂੰ ਐਡ ਕਰੀਏ ਕੀ ਬਣੂਗਾ ਜੀ ਇਧਰੋਂ ਚਲੋ mu2 mu1 ਦੋਨਾਂ ਚ ਹੀ ਹੈਗਾ ठीक है जी इधरों मेरे को mu2 mu1 कॉमन काट लो ते अपने को ब्रैकेट से टर्म आ गई 1/cc2 ठीक है जी प्लस 1/cc1 इक्वल टू इधरों चलिए mu1/co प्लस दूसरी टर्म मेरे को लगी mu2/ci1 प्लस मेरे को टर्म आ गई दूसरे पासे mu1/ci माइनस आ गया mu2/ci1 आ टर्म मेरे बीचों निकल जाए ठीक है जी अल्टरनेट अपने को स्टेप रह गया एक टर्म नाल और कर रहे इना दोनों च mu1 आना mu1 कॉमन काट के इधर लेके डिवाइड करा अपने को टर्म बन जानी mu2 mu1 इनटू हुन इथे भरन लगे डिस्टेंस दे जेडे आ वेरिएबल्स ने इना दी वैल्यूज ठीक है वो समझ लो लास्ट स्टेप cc2 में तो किस डायरेक्शन चल -r2 बनेगा ਇਹਦਾ ਮਤਲਬ ਇਹ ਦੀ ਥਾਂ ਤੇ ਵੈਲਿਊ ਭਰਨ ਤੇ 1/-r2 प्लस 1/cc1 cc1 ਮੇਰਾ ਪਲੱਸ ਦੇ ਵਿੱਚ ਆ ਗਿਆ ਯਾਨੀ 1/r1 ਇਕੁਅਲ ਟੂ mu1/co ऑब्जेक्ट ਦਾ डिस्टेंस आ गया अपने को टर्म बन गई 1/-u u1 तो दूसरे पासे जा ही चुका प्लस mu1 निकल गया 1/ci
CI मेरी फाइनल इमेज द डिस्टेंस तो मेरे को आ गया 1/3 इना क्लियर लास्ट एक स्टेप ठीक है जी फिर ਤੁਸੀਂ ਕਰੋ ਹੁਣ ਇਧਰੋਂ ਚਲੀਏ ਤੇ 1/v 1/u ਇਹ ਕੀ ਹੁੰਦਾ ਆ 1/f ਆ ਇੱਥੇ ਆਪਾਂ ਇੱਕ ਪ੍ਰਾਪਰਟੀ ਲਗਾ ਕੇ ਵੀ ਇਸ ਕੰਡੀਸ਼ਨ ਨੂੰ ਲਿਖ ਸਕਦੇ ਹੁਣ ਮੈਂ ਸਿੱਧਾ ਲਿਖ ਰਿਹਾ ਹਾਂ ਕਿਤੇ ਕਰ ਰਹੇ ਸਟੈਪ ਨੂੰ but 1/v minus 1/u that is equal to 1/f ਤੇ ਇਧਰੋਂ ਆ ਵੀ ਟਰਮ ਨੂੰ ਪਲੱਸ ਮਾਈਨਸ ਵਾਲੀ ਰੀਅਰੇਂਜ ਕਰ ਲਓ μ1 ਇੱਕ ਵਾਰੀ ਇਹਦੇ ਨੀਚੇ μ1 ਇੱਕ ਵਾਰੀ ਇਹਦੇ ਨੀਚੇ ਇੱਥੇ ਬਣ ਗਿਆ μ2/μ1 इधर आ गया मेरे को 1 अपन जब स्टेप अप बनाइए तो अपनी टर्म बन जाएगी μ2/μ1 minus 1 into 1/r1 minus 1/r2 equal to 1/f अब तो जेड़ा रिलेशन बन के आएगा इनको सी नाम दिए तो दिस इज टू बी कॉल्ड द लेंस मेकर फॉर्मूला पढ़ा जा रहा जी ना वो गूंगे हो Yes, sir. Yes, sir. करना पूछे तो सच्ची गूंगे चलो करो कंप्लीट है जेड़ा कोई वेरिएबल नहीं पता लगू मैं दस दियो मैं बोल के दसना बेटा